ਪਿਆਰੇ ਵਿਦਿਆਰਥੀਓ, ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਲਈ ਜੋ 11ਵੀਂ ਕਲਾਸ ਦਾ ਤੁਹਾਡਾ ਕੱਲ੍ਹ ਟੈਸਟ ਹੋਇਆ ਹੈ, ਐਂਟਰਾਂਸ ਐਗਜ਼ਾਮ ਹੋਇਆ ਹੈ, ਉਸ ਦੇ ਵਿੱਚ ਜੋ ਸੋਸ਼ਲ ਸਾਇੰਸ ਵਾਲਾ ਪੋਰਸ਼ਨ ਸੀ ਉਸ ਦੀ ਆਨਸਰ ਕੀ ਅਸੀਂ ਬਣਾ ਲਈ ਹੈ। ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ। ਸਾਡੇ ਕੋਲ ਸੈੱਟ ਏ ਜੋ ਕੱਲ੍ਹ ਆਇਆ ਸੀ ਉਸ ਅਕੋਰਡਿੰਗ ਇਹ ਆਨਸਰ ਕੀ ਆ, ਤਾਂ ਆਪਾਂ ਆਨਸਰ ਕੀ ਨੂੰ ਅੱਜ ਸੋਲਵ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਸੀ ਬੰਬੇ ਹਾਈ ਕੀ ਹੈ ਜਾਂ ਮੁੰਬਈ ਹਾਈ, ਤਾਂ ਇਹ ਬਿਲਕੁਲ ਸੌਖਾ ਸਵਾਲ ਸੀ। ਇਸ ਦਾ ਆਨਸਰ ਸੀ ਤੇਲ ਉਤਪਾਦਕ ਸਥਾਨ। ਇਸ ਤੋਂ ਅੱਗੇ 192 ਜੋ ਸਵਾਲ ਹੈ, ਰਾਜ ਮਾਰਗਾਂ ਦੇ ਨਿਰਮਾਣ ਅਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ, ਤਾਂ ਸਾਨੂੰ ਪਤਾ ਹੈ ਜੋ ਸਟੇਟ ਹਾਈਵੇਜ਼ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਪਬਲਿਕ ਵਰਕਸ ਡਿਪਾਰਟਮੈਂਟ ਕੋਲ ਹੁੰਦੀ ਹੈ। ਇਸ ਦਾ ਆਨਸਰ B ਸਹੀ ਹੈ। ਇਸ ਤੋਂ ਅਗਲਾ ਸਵਾਲ ਹੈ 93 ਤਾਂ ਇਹ ਮੈਪ ਦੇ ਵਿੱਚ ਦਿਖਾਇਆ ਗਿਆ ਤੁਹਾਨੂੰ ਆ ਪੁਆਇੰਟ। ਨਕਸ਼ੇ ਵਿੱਚ ਦਰਸਾਏ ਗਏ ਖੇਤਰ ਵਿੱਚ ਕਿਹੜੀ ਝੀਲ ਮੌਜੂਦ ਹੈ, ਕਿਹੜੀ ਲੇਕ ਆ ਜਿਹੜੀ ਇਸ ਦੇ ਵਿੱਚ ਦਿਖਾਈ ਹੋਈ ਆ ਮਹਾਰਾਸ਼ਟਰ ਸਟੇਟ ਦੇ ਵਿੱਚ, ਤਾਂ ਇਸ ਦਾ ਆਨਸਰ ਸਹੀ ਹੈ D ਲੋਨਾਰ ਝੀਲ। ਇਸ ਤੋਂ ਅੱਗੇ 94 ਨੰਬਰ ਜਿਹੜਾ ਪ੍ਰਸ਼ਨ ਹੈ ਇਹ ਵੀ ਸੌਖਾ ਹੈ ਜੀਓਗ੍ਰਾਫੀ ਦਾ। ਐਗਮਾਰਕ ਲੋਗੋ ਕਿਸ ਲਈ ਵਰਤਿਆ ਜਾਂਦਾ ਹੈ, ਜਿਹੜਾ ਸਾਡੇ ਕੋਲ ਲੋਗੋ ਆ ਐਗਮਾਰਕ, ਅਸੀਂ ਇਹ ਕਿਹਦੇ ਲਈ ਵਰਤਦੇ ਹਾਂ, ਸੁਰੱਖਿਆ ਉਤਪਾਦਾਂ ਲਈ, ਗਹਿਣਿਆਂ ਲਈ, ਖੇਤੀਬਾੜੀ ਉਤਪਾਦਾਂ ਲਈ ਜਾਂ ਡੱਬਾਬੰਦ ਭੋਜਨ ਲਈ। ਇਸ ਦਾ ਸਹੀ ਆਨਸਰ ਹੈ C ਖੇਤੀਬਾੜੀ ਉਤਪਾਦਾਂ ਦੇ ਲਈ ਇਹ ਐਗਮਾਰਕ ਲੋਗੋ ਵਰਤਿਆ ਜਾਂਦਾ ਹੈ। ਇਸ ਤੋਂ ਅੱਗੇ ਸਵਾਲ ਹੈ 95 ਬੰਬੇ ਸਟਾਕ ਐਕਸਚੇਂਜ ਬਾਜ਼ਾਰ ਦੇ ਉਤਰਾਅ ਚੜ੍ਹਾਅ ਨੂੰ ਡੈਸ਼ ਦੁਆਰਾ ਮਾਪਿਆ ਜਾਂਦਾ ਹੈ। ਬੰਬੇ ਸਟਾਕ ਐਕਸਚੇਂਜ ਦਾ ਜਿਹੜਾ ਬਾਜ਼ਾਰ ਆ ਉਹਦੇ ਵਿੱਚ ਉਤਰਾਅ ਚੜ੍ਹਾਅ ਅਸੀਂ ਕਾਹਦੇ ਦੁਆਰਾ ਮਾਪਦੇ ਹਾਂ, ਨਿਫਟੀ ਦੁਆਰਾ, ਸੈਂਸੈਕਸ ਦੁਆਰਾ, BSEV ਦੁਆਰਾ। ਇਸ ਦਾ ਸਹੀ ਆਨਸਰ ਹੈ B ਸੈਂਸੈਕਸ ਦੁਆਰਾ, ਤਾਂ ਇਹ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਵਰਤਿਆ ਜਾਂਦਾ। ਇਸ ਤੋਂ ਅੱਗੇ ਸਾਡੇ ਕੋਲ ਇਤਿਹਾਸ ਦੇ ਵਿੱਚੋਂ ਸਵਾਲ ਨੇ। ਯੂਨਾਨੀ ਇਤਿਹਾਸਕਾਰਾਂ ਨੇ ਯੂਨਾਨੀ ਭਾਸ਼ਾ ਵਿੱਚ ਪੰਜਾਬ ਲਈ ਕੀ ਨਾਮ ਦਿੱਤਾ ਹੈ, ਤਾਂ ਅਸੀਂ ਦੇਖਣਾ ਵੀ ਯੂਨਾਨੀ ਭਾਸ਼ਾ ਦੇ ਵਿੱਚ ਤਾਂ ਯੂਨਾਨੀਆਂ ਨੇ ਪੰਜਾਬ ਨੂੰ ਕੀ ਕਿਹਾ ਸੀ, ਪੈਂਟਾਪੋਟਾਮੀਆ। ਇਸ ਲਈ ਆਪਸ਼ਨ C ਇੱਥੇ ਸਹੀ ਹੈ। ਇਸ ਤੋਂ ਅੱਗੇ 97 ਨੰਬਰ ਸਵਾਲ, ਜ਼ਫਰਨਾਮਾ ਕਿਸ ਦੀ ਰਚਨਾ ਹੈ, ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਜ਼ਫਰਨਾਮਾ ਜਿਹੜਾ ਖਾਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ, ਤਾਂ ਇਸ ਦਾ ਆਪਸ਼ਨ D ਸਹੀ ਹੈ। ਅਗਲਾ ਵੀ ਸਵਾਲ ਇਤਿਹਾਸ ਦੇ ਵਿੱਚੋਂ ਹੈ 98 ਮਹਾਰਾਣੀ ਜਿੰਦਾਂ ਨੂੰ 1847 ਈਸਵੀ ਵਿੱਚ ਦੇਸ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ਸੀ, ਤਾਂ ਜਦੋਂ ਸਿੱਖਾਂ ਅਤੇ ਅੰਗਰੇਜ਼ਾਂ ਦਾ ਐਂਗਲੋ ਸਿੱਖ ਵਾਰ ਹੁੰਦਾ ਉਸ ਤੋਂ ਬਾਅਦ ਮਹਾਰਾਣੀ ਜਿੰਦਾਂ ਨੂੰ ਜਿਹੜਾ ਦੇਸ ਨਿਕਾਲਾ ਦੇ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਬਨਾਰਸ ਦੇ ਵਿੱਚ ਭੇਜ ਦਿੱਤਾ ਜਾਂਦਾ, ਅਤੇ ਇਸ ਦਾ ਆਪਸ਼ਨ B ਬਨਾਰਸ ਸਹੀ ਹੈ। ਇਸ ਤੋਂ ਅੱਗੇ ਹੁਣ ਜਿਹੜੇ ਸਵਾਲ ਨੇ ਨਾਗਰਿਕ ਸ਼ਾਸਤਰ ਦੇ ਵਿੱਚੋਂ, ਆਪਣੇ ਪਦ ਕਾਰਨ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ। ਹੁਣ ਦੇਖੋ ਇੱਥੇ ਪੋਜੀਸ਼ਨ ਦਿੱਤੀ ਹੋਈ ਆ ਰਾਜ ਸਭਾ ਦਾ ਚੇਅਰਮੈਨ, ਤਾਂ ਰਾਜ ਸਭਾ ਦਾ ਚੇਅਰਮੈਨ ਕੌਣ ਬਣਦਾ, ਭਾਰਤ ਦਾ ਉਪ ਰਾਸ਼ਟਰਪਤੀ, ਤਾਂ ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਇਸ ਦਾ ਆਪਸ਼ਨ C ਸਹੀ ਹੈ। 100 ਇਹ ਵੀ ਸਿਵਿਕਸ ਦਾ ਸਵਾਲ ਹੈ ਨਾਗਰਿਕ ਸ਼ਾਸਤਰ ਦਾ। ਡੈਮੋਕ੍ਰੇਸੀ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਹੈ, ਅੰਗਰੇਜ਼ੀ, ਗ੍ਰੀਕ, ਲੈਟਿਨ ਜਾਂ ਫ੍ਰੈਂਚ। ਇਸ ਦਾ ਆਪਸ਼ਨ B ਗ੍ਰੀਕ ਬਿਲਕੁਲ ਸਹੀ ਹੈ। ਇਸ ਤੋਂ ਅੱਗੇ ਸਵਾਲ 101 ਕਿਹੜਾ ਖੇਤਰ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਵਰਤੋਂ ਕਰਦਾ ਹੈ, ਤਾਂ ਹੁਣ ਅਸੀਂ ਦੱਸਣਾ ਵੀ ਤਾਜ਼ੇ ਪਾਣੀ ਦੀ ਫਰੈਸ਼ ਵਾਟਰ ਦੀ ਵਰਤੋਂ ਕਿਹੜੇ ਖੇਤਰ ਦੇ ਵਿੱਚ ਹੁੰਦੀ ਹੈ, ਘਰੇਲੂ, ਸਨਅਤਾਂ ਦੇ ਵਿੱਚ, ਖੇਤੀਬਾੜੀ ਦੇ ਵਿੱਚ ਜਾਂ ਉਪਰੋਕਤ ਸਾਰਿਆਂ ਦੇ ਵਿੱਚੋਂ। ਤਾਂ ਇਸ ਦਾ ਸਹੀ ਆਨਸਰ ਹੈ ਆਪਸ਼ਨ C ਖੇਤੀਬਾੜੀ, ਜ਼ਰਾਇਤੀ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਤਾਜ਼ੇ ਪਾਣੀ ਦੀ ਵਰਤੋਂ ਹੁੰਦੀ ਹੈ। ਸਵਾਲ ਨੰਬਰ 102
ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ? ਤਾਂ ਰਵਾਇਤੀ ਊਰਜਾ ਦੇ ਸਰੋਤ ਕਨਵੈਕਸ਼ਨਲ એનર્ਜੀ ਰਿਸੋਰਸਿਸ ਕਿਹੜੇ ਨੇ? ਅਤੇ ਇਹਦੇ ਵਿੱਚ ਕੋਲਾ ਅਤੇ ਪੈਟਰੋਲੀਅਮ ਜਿਨ੍ਹਾਂ ਦੀ ਵਰਤੋਂ ਅਸੀਂ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਹਾਂ, ਉਹਨਾਂ ਨੂੰ ਅਸੀਂ ਰਵਾਇਤੀ ਊਰਜਾ ਦੇ ਸਰੋਤ ਆਖਦੇ ਹਾਂ। ਇਸ ਲਈ ਆਪਸ਼ਨ ਡੀ ਸਹੀ ਹੈ। ਸਵਾਲ ਨੰਬਰ 103, BRI ਦਾ ਪੂਰਾ ਨਾਮ ਦੱਸੋ। ਵਟ ਇਜ਼ ਦਾ ਫੁੱਲ ਫਾਰਮ ਆਫ BRI? ਤਾਂ ਇਹ ਵੀ ਤੁਹਾਡਾ ਆਪਸ਼ਨ ਬੀ ਸਹੀ ਹੈ। ਬੈਲਟ ਐਂਡ ਰੋਡ ਇਨੀਸ਼ੀਏਟਿਵ, ਤਾਂ ਇਹ ਜਿਹੜਾ ਚਾਈਨਾ ਦੀ ਵਨ ਰੋਡ ਪਾਲਿਸੀ ਹੈ ਉਸ ਦੇ ਅਧੀਨ ਆਉਂਦਾ ਹੈ, ਬੈਲਟ ਐਂਡ ਰੋਡ ਇਨੀਸ਼ੀਏਟਿਵ। ਇਸ ਲਈ ਆਪਸ਼ਨ ਬੀ ਸਹੀ ਹੈ। ਸਵਾਲ ਨੰਬਰ 104, ਅਰਥ ਸ਼ਾਸਤਰ ਦੇ ਵਿੱਚੋਂ ਅਰਥ ਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਹੈ? ਡੈਫੀਨੇਸ਼ਨ ਆਫ ਇਕਨੋਮਿਕਸ ਰਿਲੇਟਡ ਟੂ ਦਾ ਮਟੀਰੀਅਲ ਵੈਲਫੇਅਰ। ਇਸ ਦਾ ਆਪਸ਼ਨ ਏ ਐਲਫਰਡ ਮਾਰਸ਼ਲ ਬਿਲਕੁਲ ਸਹੀ ਹੈ। ਸਵਾਲ ਨੰਬਰ 105, ਨਵੀਂ ਆਰਥਿਕ ਨੀਤੀ ਨੂੰ ਅਪਣਾਉਣ ਦੇ ਪਿੱਛੇ ਮੁੱਖ ਕਾਰਨ ਕੀ ਸੀ? ਜਿਵੇਂ ਅਸੀਂ ਇਹ ਚੈਪਟਰ ਦੇ ਵਿੱਚ ਇਕਨੋਮਿਕਸ ਦੇ ਵਿੱਚ ਪੜ੍ਹਿਆ ਸੀ ਨਿਊ ਇਕਨੋਮਿਕ ਪੋਲਿਸੀ, ਤਾਂ ਜਦੋਂ ਇਹਨੂੰ ਅਪਣਾਈ ਗਈ ਉਸ ਦੇ ਪਿੱਛੇ ਅਪਣਾਉਣ ਦਾ ਕੀ ਕਾਰਨ ਸੀ? ਭੁਗਤਾਨ ਸੰਤੁਲਨ ਵਿੱਚ ਘੱਟ ਹੋਇਆ ਸੀ, ਇਹ ਵੀ ਸਹੀ ਆ। ਮੁਦਰਾ ਸਫੀਤੀ ਦੀ ਦਰ ਦੇ ਵਿੱਚ ਵਾਧਾ ਹੋਇਆ ਸੀ, ਮਹਿੰਗਾਈ ਦੇ ਵਿੱਚ ਜਿਹੜਾ ਵਾਧਾ ਹੋਇਆ ਸੀ। ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਘਾਟਾ ਹੋਇਆ ਸੀ। ਤਾਂ ਇਹਦਾ ਆਪਸ਼ਨ ਡੀ ਬਿਲਕੁਲ ਸਹੀ ਹੈ। ਉਪਰੋਕਤ ਸਾਰੇ ਕਾਰਨਾਂ ਦੇ ਕਰਕੇ ਆ ਜਿਹੜਾ ਨਿਊ ਇਕਨੋਮਿਕ ਪਾਲਿਸੀ ਨੂੰ ਅਪਣਾਇਆ ਗਿਆ। ਹੁਣ ਅਸੀਂ ਇਤਿਹਾਸ ਵੱਲ ਚੱਲਦੇ ਹਾਂ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? ਤਾਂ ਸਾਨੂੰ ਪਤਾ ਕਿ ਪਾਣੀਪਤ ਦੀ ਪਹਿਲੀ ਲੜਾਈ ਆਪਸ਼ਨ ਏ 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ। ਸਵਾਲ ਨੰਬਰ 107, ਗੋਬਿੰਦਵਾਲ ਵਿਖੇ ਬੌਲੀ ਸਾਹਿਬ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ? ਗੁਰੂ ਅਮਰਦਾਸ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ ਜਾਂ ਗੁਰੂ ਅਰਜਨ ਦੇਵ ਜੀ ਨੇ? ਇਸ ਦਾ ਆਪਸ਼ਨ ਬੀ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਗੋਬਿੰਦਵਾਲ ਵਿਖੇ ਬੌਲੀ ਦੀ ਨੀਂਹ ਰੱਖੀ ਸੀ। ਆਪਸ਼ਨ ਬੀ ਸਹੀ। ਫਿਰ ਆਰੀਆ ਸਮਾਜ ਦੇ ਬਾਨੀ ਕੌਣ ਸਨ? ਇਤਿਹਾਸ ਦਾ ਸਵਾਲ ਆ। ਆਰੀਆ ਸਮਾਜ ਸਤਿਗੁਰੂ ਰਾਮ ਸਿੰਘ, ਬਾਬਾ ਸੋਹਣ ਸਿੰਘ, ਸਵਾਮੀ ਦਇਆਨੰਦ ਸਰਸਵਤੀ। ਇਸ ਦਾ ਆਪਸ਼ਨ ਸੀ ਸਹੀ ਹੈ, ਸਵਾਮੀ ਦਇਆਨੰਦ ਸਰਸਵਤੀ। ਹੁਣ ਅਸੀਂ ਨਾਗਰਿਕ ਸ਼ਾਸਤਰ ਦੇ ਵੱਲ। ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਅਖੰਡਤਾ ਸ਼ਬਦ ਪ੍ਰਸਤਾਵਨਾ ਵਿੱਚ ਕਿਹੜੀ ਸੋਧ ਰਾਹੀਂ ਜੋੜੇ ਗਏ? ਤਾਂ ਇਹ ਜਿਹੜੇ ਸ਼ਬਦ ਨੇ ਸੰਵਿਧਾਨ ਦੀ ਜਿਹੜੀ ਹੋਈ ਆ ਆਪਸ਼ਨ ਏ 42ਵੀਂ ਸੋਧ ਦੇ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਨੇ ਐਡ ਕੀਤੇ ਗਏ ਨੇ। ਸਮਾਜਵਾਦ, ਧਰਮ ਨਿਰਪੱਖ, ਰਾਸ਼ਟਰ ਦੀ ਅਖੰਡਤਾ। ਆਪਸ਼ਨ ਏ ਸਹੀ ਹੈ। ਸਵਾਲ ਨੰਬਰ 110, ਮੰਤਰੀ ਮੰਡਲ ਦੀ ਅਗਵਾਈ ਕੌਣ ਕਰਦਾ ਹੈ? ਹੂ ਹੈਡਜ਼ ਦਾ ਕਾਉਂਸਲ ਆਫ ਦਾ ਮਿਨਿਸਟਰ? ਤਾਂ ਇਸ ਦਾ ਆਪਸ਼ਨ ਏ ਪ੍ਰਧਾਨ ਮੰਤਰੀ। ਪੂਰੇ ਮੰਤਰੀ ਮੰਡਲ ਦੀ ਅਗਵਾਈ ਹੈ ਜਿਹੜੀ ਪ੍ਰਧਾਨ ਮੰਤਰੀ ਦੀ ਦੇਖ ਰੇਖ ਦੇ ਵਿੱਚ ਹੁੰਦੀ ਹੈ। ਆਪਸ਼ਨ ਏ ਬਿਲਕੁਲ ਸਹੀ ਹੈ। ਜੀਓਗ੍ਰਾਫੀ ਦਾ ਸਵਾਲ ਆ ਗਿਆ। ਆਪਰੇਸ਼ਨ ਫਲੱਡ ਡੈਸ਼ ਨਾਲ ਸੰਬੰਧਿਤ ਹੈ। ਇੱਕ ਟਰਮ ਦਿੱਤੀ ਗਈ ਹੈ ਜੀ ਆਪਰੇਸ਼ਨ ਫਲੱਡ। ਭਾਰਤ ਵਿੱਚ ਹੜ੍ਹਾਂ ਦੇ ਨਾਲ ਇਹ ਰਿਲੇਟਡ ਆ ਜਾਂ ਦੁੱਧ ਉਤਪਾਦਨ ਦੇ ਨਾਲ, ਆਂਡਿਆਂ ਦੇ ਉਤਪਾਦਨ ਦੇ ਨਾਲ ਜਾਂ ਦਰਿਆਵਾਂ ਨੂੰ ਜੋੜਨ ਦੇ ਨਾਲ? ਇਸ ਦਾ ਆਪਸ਼ਨ ਬੀ ਦੁੱਧ ਉਤਪਾਦਨ ਨਾਲ ਇਹ ਜੁੜਿਆ ਹੋਇਆ। ਰੈਵੋਲੂਸ਼ਨ ਇਨ ਮਿਲਕ ਪ੍ਰੋਡਕਸ਼ਨ। ਆਪਸ਼ਨ ਬੀ ਸਹੀ ਹੈ। ਸਵਾਲ ਨੰਬਰ 112, ਰੂਹਰ ਘਾਟੀ ਕਿਸ ਦੇਸ਼ ਵਿੱਚ ਪਾਈ ਜਾਂਦੀ ਹੈ? ਰੂਹਰ ਵੈਲੀ ਕਿੱਥੇ ਸਿਚੁਏਟਡ ਹੈ ਜੀ? ਤਾਂ ਰੂਹਰ ਵੈਲੀ ਆਪਸ਼ਨ ਬੀ ਜਰਮਨੀ ਦੇ ਵਿੱਚ ਆ। ਤਾਂ ਭਾਰਤ ਦੇ ਵਿੱਚ ਜਿਹੜੀ ਹੈਗੀ ਆ ਛੋਟਾ ਨਾਗਪੁਰ, ਨਮੋਦਰ ਘਾਟੀ, ਉਹਨੂੰ ਰੂਹਰ ਵੈਲੀ ਵੀ ਕਿਹਾ ਜਾਂਦਾ, ਪਰ ਅਸਲ ਦੇ ਵਿੱਚ ਰੂਹਰ ਘਾਟੀ ਕਿੱਥੇ ਆ? ਜਰਮਨੀ ਦੇ ਵਿੱਚ। ਆਪਸ਼ਨ ਬੀ ਬਿਲਕੁਲ ਸਹੀ ਹੈ। ਸਵਾਲ ਨੰਬਰ 113, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਇਹ ਕਿੱਥੇ ਆ ਜੀ? ਅਤੇ ਇਹ ਵੀ ਪਿਆਰੇ ਵਿਦਿਆਰਥੀ ਤੁਹਾਨੂੰ ਕਰਵਾਇਆ ਗਿਆ ਸੀ। ਤਾਂ ਇਹ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਥਿਤ ਹੈ। ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ। ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਲੁਧਿਆਣੇ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੀ ਲੁਧਿਆਣੇ ਦੇ ਵਿੱਚ ਸਥਿਤ ਹੈ। ਸਵਾਲ ਨੰਬਰ 114, ਹੇਠ ਲਿਖਿਆਂ ਵਿੱਚ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ? ਫਾਰਮਲ ਸੋਰਸ ਆਫ ਕ੍ਰੈਡਿਟ ਨਹੀਂ ਹੈ। ਤਾਂ ਇਹਦੇ ਵਿੱਚ ਦੇਖੋ ਜੀ ਰਾਸ਼ਟਰੀਕ੍ਰਿਤ ਬੈਂਕ, ਸਹਿਕਾਰਤਾਵਾਂ, ਕੋਆਪਰੇਟਿਵ ਸੁਸਾਇਟੀ ਵਗੈਰਾ, ਨਿੱਜੀ ਬੈਂਕ ਅਤੇ ਮਹਾਜਨ। ਆਪਸ਼ਨ ਇਹਦਾ ਡੀ ਸਹੀ ਹੈ, ਮਹਾਜਨ। ਮਹਾਜਨ ਜਿਹੜੇ ਹੈਗੇ ਨੇ ਫਾਰਮਲ ਰਸਮੀ ਸਰੋਤ ਨਹੀਂ ਹੈਗੇ ਉਧਾਰ ਦੇ। ਇਤਿਹਾਸ ਵੱਲ ਇਹ ਵੀ ਇਕਨੋਮਿਕਸ ਦੇ ਵਿੱਚੋਂ ਆਇਆ।
ਭਾਰਤ ਵਿੱਚ ਹਰ ਸਾਲ ਰਾਸ਼ਟਰੀ ਉਪਭੋਗਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਨੈਸ਼ਨਲ ਕੰਜ਼ਿਊਮਰ ਡੇ। ਤੇ ਇਸ ਦਾ ਆਪਸ਼ਨ ਸੀ, ਹਰ ਸਾਲ 24 ਦਸੰਬਰ ਨੂੰ ਆ ਜਿਹੜਾ ਨੈਸ਼ਨਲ ਕੰਜ਼ਿਊਮਰ ਡੇ ਮਨਾਇਆ ਜਾਂਦਾ ਹੈ, ਆਪਸ਼ਨ ਸੀ। ਹੁਣ ਇਤਿਹਾਸ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ? ਤੇ ਇਹ ਸਾਨੂੰ ਸਾਰਿਆਂ ਨੂੰ ਪਤਾ, ਬਹੁਤ ਸੌਖਾ ਸਵਾਲ ਆ, ਬੀਬੀ ਸੁਲੱਖਣੀ ਜੀ। ਤੇ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਸੀ। ਇਹ ਵੀ ਮਿਸਲਾਂ ਦੇ ਵਿੱਚੋਂ ਸਵਾਲ ਆ। ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ? ਤਾਂ ਸਾਡੀਆਂ 12 ਮਿਸਲਾਂ ਹੋਈਆਂ ਨੇ ਸਿੱਖ ਇਤਿਹਾਸ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਮਿਸਲ ਫੈਜ਼ਲਪੁਰੀਆ ਸੀ। ਤਾਂ ਪਹਿਲਾਂ ਇਸ ਮਿਸਲ ਨੂੰ ਕੀ ਕਿਹਾ ਜਾਂਦਾ ਸੀ? ਸਿੰਘਪੁਰੀਆ ਮਿਸਲ। ਆਪਸ਼ਨ ਏ ਬਿਲਕੁਲ ਸਹੀ ਹੈ। ਇਤਿਹਾਸ ਦੇ ਵਿੱਚੋਂ 118 ਨੰਬਰ ਸਵਾਲ, ਅੰਗਰੇਜ਼ਾਂ ਅਤੇ ਸਿੱਖਾਂ ਦਾ ਦੂਸਰਾ ਯੁੱਧ ਕਦੋਂ ਹੋਇਆ? ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ 2 ਐਂਗਲੋ ਸਿੱਖ ਯੁੱਧ ਹੋਏ ਨੇ, ਇੱਥੇ ਦੂਸਰਾ ਪੁੱਛਿਆ ਗਿਆ। ਤਾਂ ਆਪਸ਼ਨ ਨੰਬਰ ਡੀ 1848-49 ਦੇ ਵਿੱਚ ਜਿਹੜਾ ਦੂਸਰਾ ਐਂਗਲੋ ਸਿੱਖ ਯੁੱਧ ਹੁੰਦਾ। ਉਸ ਤੋਂ ਬਾਅਦ ਲਾਰਡ ਡਲਹੌਜੀ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲੈਂਦੇ ਨੇ, ਇਸ ਲਈ ਆਪਸ਼ਨ ਨੰਬਰ ਡੀ 1848 ਤੋਂ ਲੈ ਕੇ 1849 ਦੇ ਵਿਚਕਾਰ ਹੋਇਆ। ਸਵਿਕਸ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ? ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਅਪਰ ਹਾਊਸ, ਤਾਂ ਇਸ ਦਾ ਆਪਸ਼ਨ ਏ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਜਿਹੜੇ ਵਿਅਕਤੀ ਨੇ ਰਾਜ ਸਭਾ ਦਾ ਮੈਂਬਰ ਬਣਨਾ ਹੈ। ਇੱਕ ਲਾਸਟ ਸਵਾਲ ਆ, ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਹੂ ਇਜ਼ ਦਾ ਕੌਨਸਟੀਟਿਊਸ਼ਨਲ ਹੈਡ ਆਫ ਦਾ ਸਟੇਟ। ਸੰਵਿਧਾਨ ਦੇ ਅਕੋਰਡਿੰਗ ਜਿਹੜਾ ਰਾਜ ਦਾ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਹੈ, ਅਸਲ ਮੁਖੀ ਮੁੱਖ ਮੰਤਰੀ ਹੁੰਦਾ ਹੈ, ਇਸ ਲਈ ਆਪਸ਼ਨ ਏ ਰਾਜਪਾਲ, ਰਾਜ ਦਾ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਹੈ। ਤਾਂ ਇਹ ਸੀ ਪਿਆਰੇ ਬੱਚਿਓ ਤੁਹਾਡਾ ਜਿਹੜਾ ਕੱਲ੍ਹ ਟੈਸਟ ਹੋਇਆ SOE +1 ਕਲਾਸ ਦੇ ਲਈ, SS ਦੀ ਆਨਸਰ ਕੀ। ਤਾਂ ਤੁਸੀਂ ਇਹਨੂੰ ਮਿਲਾ ਲਿਓ, ਕਿੰਨੇ ਤੁਹਾਡੇ ਸਵਾਲ ਬਣਦੇ ਨੇ ਸਾਨੂੰ ਦੱਸ ਦਿਓ। ਧੰਨਵਾਦ।